जुलाई कारगिल विजय दिवस। साल 1999 च हुई कारगिल दी जंग। 527 जवानां ने पीता शहादत दा जाम। 21 सालां बाद भी जख्म अल्ले, शहीदां ते समुच्चे देश नूं माण। ਅੱਖਾਂ ਨਮ ਹੋ ਜਾਂਦੀਆਂ ਨੇ ਤੇ ਦਿਲ ਭਰ ਆਉਂਦਾ ਏ। ਤੇਰੀ ਕੁਰਬਾਨੀ ਦੇ ਕਿੱਸੇ ਸੁਣ ਇਹ ਸਿਰ ਮਾਣ ਨਾਲ ਤਨ ਜਾਂਦਾ ਏ। ਭਾਰਤੀ ਫੌਜ ਲਈ 26 ਜੁਲਾਈ ਦਾ ਦਿਨ ਫੌਜ ਦੇ ਇਤਿਹਾਸ ਦਾ ਵੱਡਾ ਤੇ ਖਾਸ ਦਿਨ ਮੰਨਿਆ ਜਾਂਦਾ ਏ। ਕਾਰਗਿਲ 'ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ 26 ਜੁਲਾਈ ਦਾ ਦਿਨ, ਤੇ ਇਸ ਦਿਨ ਨੂੰ ਭਾਰਤ 'ਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਏ। ਕਾਰਗਿਲ ਇਹ ਨਾਂ ਸੁਣਦੇ ਹੀ 1999 ਦਾ ਉਹ ਸਮਾਂ ਅੱਖਾਂ ਸਾਹਮਣੇ ਆ ਜਾਂਦਾ ਹੈ ਜਦੋਂ ਭਾਰਤੀ ਫੌਜ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਚੂਰ ਕਰ ਦਿੱਤਾ ਸੀ। ਕਾਰਗਿਲ ਦੀ ਜੰਗ 'ਚ 527 ਦੇ ਕਰੀਬ ਜਵਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ 1300 ਦੇ ਕਰੀਬ ਜਵਾਨ ਜ਼ਖਮੀ ਹੋਏ ਸਨ। ਕਾਰਗਿਲ ਜੰਗ, ਜਿਸ ਵਿੱਚ ਭਾਰਤੀ ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀ ਕੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਚੂਰ-ਚੂਰ ਕਰ ਦਿੱਤਾ। 1999 ਚ ਕਾਰਗਿਲ ਦੀਆਂ ਪਹਾੜੀਆਂ 'ਚ ਪਾਕਿਸਤਾਨ ਭਾਰਤ 'ਚ ਚੋਰੀ ਦਾਖਲ ਹੋਇਆ ਸੀ ਤੇ ਦੇਸ਼ ਨੂੰ ਬਚਾਉਣ ਖਾਤਰ ਇਸ ਜੰਗ 'ਚ 527 ਜਵਾਨ ਸ਼ਹੀਦ ਹੋਏ ਸਨ ਤੇ 1300 ਦੇ ਕਰੀਬ ਜਵਾਨ ਜ਼ਖਮੀ ਹੋਏ ਸਨ। ਇਸ ਜੰਗ 'ਚ ਪਤਾ ਨਹੀਂ ਕਿੰਨੇ ਪੁੱਤ, ਕਈ ਪਿਤਾ, ਕਿੰਨੇ ਹੀ ਭਰਾ ਤੇ ਨਾ ਜਾਣੇ ਕਿੰਨੇ ਪਤੀ ਆਪਣੇ ਪਿੱਛੇ ਆਪਣੇ ਪਰਿਵਾਰ ਛੱਡ ਗਏ ਸਨ। ਕਾਰਗਿਲ ਦੀ ਜੰਗ ਨੂੰ 21 ਸਾਲ ਹੋ ਚੁੱਕੇ ਨੇ ਤੇ ਸਵੇਰਾ ਪੰਜਾਬ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਸੈਨਿਕ ਪਰਿਵਾਰਾਂ ਨੂੰ ਮਿਲਿਆ ਜਾਵੇ ਅਤੇ ਉਹਨਾਂ ਦਾ ਹਾਲ ਜਾਣਿਆ ਜਾਵੇ ਜਿਨ੍ਹਾਂ ਦੇ ਪੁੱਤ, ਭਰਾ ਤੇ ਪਿਤਾ ਇਸ ਜੰਗ 'ਚ ਸ਼ਹਾਦਤ ਪ੍ਰਾਪਤ ਕਰ ਗਏ ਸਨ ਅਤੇ ਪਾਕਿਸਤਾਨ ਨਾਲ ਹੋਈ ਇਸ ਜੰਗ 'ਚ ਜਿੱਤ ਪ੍ਰਾਪਤ ਕਰਕੇ ਭਾਰਤ ਦੀ ਝੋਲੀ ਪਾ ਗਏ ਸਨ। ਕਾਰਗਿਲ ਯੁੱਧ 'ਚ ਸ਼ਹੀਦ ਹੋਏ ਦੀਨਾਨਗਰ ਦੇ ਲਾਇਨਸ ਨਾਇਕ ਰਣਬੀਰ ਸਿੰਘ ਦੀ ਕਹਾਣੀ ਦਿਲ ਨੂੰ ਵਲੂੰਦਰਨ ਵਾਲੀ ਹੈ, ਜੋ ਆਪਣੇ ਪਿੱਛੇ ਇੱਕ ਗਰਭਵਤੀ ਪਤਨੀ ਤੇ ਸਾਰਾ ਪਰਿਵਾਰ ਛੱਡ ਗਏ ਸਨ। ਕਾਰਗਿਲ ਦੀ ਲੜਾਈ ਦੌਰਾਨ ਸ਼ਹੀਦ ਰਣਬੀਰ ਸਿੰਘ ਨੇ ਬੰਕਰ 'ਚ ਬੈਠ ਕੇ ਆਪਣੇ ਅਣਜਣਮੇ ਬੱਚੇ ਤੇ ਪਰਿਵਾਰ ਲਈ ਇੱਕ ਚਿੱਠੀ ਲਿਖੀ ਸੀ ਤੇ ਖੁਦ 16 ਜੂਨ 1999 ਨੂੰ ਸ਼ਹੀਦ ਹੋ ਗਏ ਸਨ ਤੇ ਇਹ ਚਿੱਠੀ ਉਹਨਾਂ ਦੇ ਬੱਚੇ ਵੱਲੋਂ ਖੁਦ ਬਿਆਨ ਕੀਤੀ ਗਈ। ਆਈ ਸੀ ਪਾਪਾ ਨੇ ਚਿੱਠੀ ਲਿਖੀ ਦੀ ਰਾਤ ਨੂੰ, ਜਦੋਂ ਲੜਾਈ ਦਾ ਟਾਈਮ ਸੀ। ਉਸ ਤੋਂ ਪਹਿਲੇ ਪਾਪਾ ਨੇ ਚਿੱਠੀ ਲਿਖੀ ਦੀ ਬੰਕਰ 'ਚ ਬਹਿ ਕੇ ਕਿ ਮੇਰੀ ਇਮਤਿਹਾਨ ਦੀ ਘੜੀ ਆ ਗਈ ਆ ਤੇ ਤੁਸੀਂ ਚਿੰਤਾ ਨਹੀਂ ਕਰਨੀ ਤੇ ਬੱਚਿਆਂ ਦਾ ਧਿਆਨ ਰੱਖਣਾ। ਚਿੱਠੀ ਦਾਦੀ ਜੀ ਨੂੰ ਲਿਖੀ ਸੀ। ਅੱਜ ਵੀ ਜਦੋਂ ਚਿੱਠੀ ਨੂੰ ਵੇਖਦੇ ਹੋ ਕੀ ਕੁਝ ਯਾਦ ਆਉਂਦਾ, ਕੀ ਕੁਝ ਮਨ ਦੇ ਵਿੱਚ ਆਉਂਦਾ? ਯਾਦ ਚਿੱਠੀ ਵੱਲ ਵੇਖ ਕੇ ਪਾਪਾ ਦੀ ਯਾਦ ਆ ਜਾਂਦੀ ਆ, ਜੋ ਉਹਨਾਂ ਦੀ ਰਾਈਟਿੰਗ ਆ, ਜੋ ਅੱਖਰ ਲਿਖੇ ਹੋਏ ਉਹਦੇ ਵਿੱਚ। ਦੇਸ਼ ਦੀ ਸੇਵਾ ਕਰਨਾ ਚਾਹੁੰਦਾ। ਗੁਰਦਾਸਪੁਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਲਾਸ ਨਾਇਕ ਸ਼ਹੀਦ ਕੰਸਰਾਜ ਵੀ ਕਾਰਗਿਲ ਦੀ ਜੰਗ ਦੌਰਾਨ ਬੜੀ ਹੀ ਬਹਾਦਰੀ ਨਾਲ ਲੜਦਿਆਂ ਦੇਸ਼ ਦੀ ਖਾਤਰ 31 ਅਗਸਤ 1999 ਨੂੰ ਸ਼ਹੀਦੀ ਪਾ ਗਏ ਸੀ, ਜਿੱਥੇ ਉਹਨਾਂ ਦੀ ਸ਼ਹਾਦਤ ਤੇ ਸ਼ਹੀਦ ਦੀ ਪਤਨੀ ਤੇ ਪਰਿਵਾਰ ਨੂੰ ਮਾਣ ਹੈ, ਉੱਥੇ ਹੀ ਪਿੰਡ ਵਾਸੀ ਵੀ ਫਖਰ ਕਰਦੇ ਨੇ। ਮੈਂ ਚਾਹੁੰਦੀ ਹਾਂ ਕਿ ਮੇਰੇ ਪਤੀ 31 ਅਗਸਤ 1999 ਵਿੱਚ ਕਾਰਗਿਲ ਦੀ ਜੰਗ ਵਿੱਚ ਆਪਰੇਸ਼ਨ ਵਿਜੇ ਦੌਰਾਨ ਸ਼ਹੀਦ ਹੋ ਗਏ ਸਨ ਅਤੇ ਉਸ ਟਾਈਮ ਮੇਰੀ ਏਜ ਵੀ ਲਗਭਗ 30 ਸਾਲ ਦੀ ਸੀ ਅਤੇ ਮੇਰੇ ਬੱਚੇ ਵੀ ਬਹੁਤ ਛੋਟੇ ਸਨ। ਇਹ ਲਗਭਗ 20 ਸਾਲ ਦੀ ਗੱਲ ਹੈ ਅਤੇ ਮੇਰੇ ਬੱਚੇ, ਮੈਂ ਉਹਨਾਂ ਨੂੰ ਪਾਲਿਆ ਪੋਸ਼ਿਆ ਤੇ ਉਹਨਾਂ ਨੂੰ ਮੁਕਾਮ ਤੇ ਪਹੁੰਚਾਇਆ ਤੇ ਮੇਰੇ ਬੱਚੇ ਹੁਣ ਆਪਣੇ ਆਪਣੇ ਕਾਮਯਾਬੀ ਦੇ ਸਥਾਨ ਤੇ ਪਹੁੰਚ ਗਏ ਹਨ। ਮੇਰੇ ਵਾਸਤੇ ਬੜੀ ਫਖਰ ਦੀ ਗੱਲ ਹੈ ਕਿ ਮੇਰਾ ਬੇਟਾ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲ ਰਿਹਾ ਹੈ ਤੇ ਉਹਨਾਂ ਦੀ ਯੂਨਿਟ ਵਿੱਚ ਹੀ 7 ਡੋਗਰਾ ਵਿਖੇ ਹੀ ਭਰਤੀ ਹੋਇਆ। ਤੇਰੇ ਸ਼ਹੀਦ ਹੋਣ ਮਗਰੋਂ ਤੇਰੀ ਮਾਂ ਖੋਰੇ ਕਿਵੇਂ ਸੁੱਤੀ ਹੋਵੇਗੀ। ਤੇਰੇ ਸੀਨੇ 'ਚ ਲੱਗਣ ਵਾਲੀ ਗੋਲੀ ਵੀ ਹਜ਼ਾਰਾਂ ਵਾਰ ਰੋਈ ਹੋਵੇਗੀ। ਪਠਾਨਕੋਟ ਦੇ ਬਾਰਡਰ ਏਰੀਆ ਦਾ ਹਰੀਸ਼ ਪਾਲ 1987 'ਚ ਭਾਰਤੀ ਫੌਜ 'ਚ ਰਾਈਫਲ ਯੂਨਿਟ ਭਰਤੀ ਹੋਏ ਸਨ। ਕਾਰਗਿਲ ਦੀ ਲੜਾਈ ਦੌਰਾਨ ਸ਼ਹੀਦ ਹਰੀਸ਼ ਪਾਲ ਨੇ ਬੜੀ ਹੀ ਜਾਬਾਜ਼ੀ ਨਾਲ ਦੁਸ਼ਮਣਾਂ ਨੂੰ ਢੇਰ ਕਰਕੇ ਪਾਕਿਸਤਾਨੀ ਫੌਜ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਤੇ ਸਿਰ 'ਚ ਗੋਲੀ ਲੱਗਣ ਨਾਲ
14 ਜੂਨ 1999 ਨੂੰ ਸ਼ਹੀਦ ਹੋ ਗਏ ਸਨ। ਉੱਥੇ ਹੀ ਸੋਪਰ ਤੇ ਕਾਰਗਿਲ ਯੁੱਧ ਲੱਗਿਆ ਤੇ ਉਹਨਾਂ ਨੂੰ ਉੱਥੇ ਲੈ ਗਏ ਨੇ ਕਾਰਗਿਲ 'ਚ। ਉੱਥੇ ਜਿਹੜੇ ਪਾਕਿਸਤਾਨੀ ਆਤੰਕਵਾਦੀ ਤੇ ਆਰਮੀ ਰਲੀ ਦੀ ਉੱਥੇ ਜੀ, ਉੱਥੇ ਇਹਦੇ ਨਾਲ ਗਾਲ ਗਲੋਚ ਵੀ ਹੋਇਆ, ਸਭ ਕੁਝ ਹੋਇਆ। ਉਹ ਕਹਿਣ ਪਿੱਛੇ ਹਟ ਜਾ, ਤੇ ਸੂਬੇਦਾਰ ਨੇ ਵੀ ਕਿਹਾ ਵੀ ਪਿੱਛੇ ਹਟ ਜਾ, ਇੱਥੇ ਨਹੀਂ ਕਰੀ ਤੂੰ ਜ਼ਿਆਦਾ। ਕਹਿੰਦਾ ਪਿੱਛੇ ਨਹੀਂ ਹਟਣਾ, ਹੁਣ ਅੱਗੇ ਜਾਣਾ। ਇਹਨੇ ਉਹਦੇ 5-6 ਬੰਦੇ ਮਾਰੇ ਆ, ਫਿਰ ਉਹਨਾਂ ਵੀ ਹੈਲਮਟ ਦਾ ਖੁੱਲ ਗਿਆ ਤੇ ਉਹਨਾਂ ਗੋਲੀ ਮਾਰੀ ਤੇ ਉਹਦੇ ਸਿਰ 'ਚ ਲੱਗੀ। ਆਮੋ ਸਾਹਮਣੇ ਲੜਾਈ ਹੋਈ ਹੈ। ਇਸ ਜੰਗ 'ਚ ਸ਼ਹੀਦ ਹੋਣ ਵਾਲੇ ਜਵਾਨ ਦੇਸ਼ ਖਾਤਰ ਆਪਣੀ ਜਾਨਾਂ ਦੀ ਬਾਜ਼ੀ ਲਗਾ ਗਏ। ਇਨ੍ਹਾਂ ਜਵਾਨਾਂ ਦੇ ਸਿਰ ਤੇ ਇੱਕੋ ਜਨੂੰਨ ਸੀ, ਦੇਸ਼ ਦੀ ਰੱਖਿਆ ਦਾ। ਤੇ ਅਜਿਹਾ ਹੀ ਇੱਕ ਜਵਾਨ ਹੈ ਅਜਨਾਲਾ ਦਾ ਰਹਿਣ ਵਾਲਾ ਸ਼ਹੀਦ ਪ੍ਰਵੀਨ ਕੁਮਾਰ, ਜੋ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋ ਗਏ ਸਨ, ਜਿਸ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਵੱਲੋਂ ਉਹਨਾਂ ਦੀ ਯਾਦ 'ਚ ਅਜਨਾਲਾ 'ਚ ਇੱਕ ਪਾਰਕ ਵੀ ਬਣਾਈ ਗਈ। ਹੁਣ ਕਾਰਗਿਲ ਵਿਜੇ ਦਿਵਸ ਦੀ ਗੱਲ ਕਰੀਏ ਤਾਂ ਬਹੁਤ ਹੀ ਉਸ ਵੇਲੇ ਭਿਆਨਕ ਦ੍ਰਿਸ਼ ਸੀ, ਕਿਉਂਕਿ ਲੜਾਈ ਦੇ ਹਾਲਾਤ ਐਸੇ ਬਣ ਚੁੱਕੇ ਸੀ, ਕਿਉਂਕਿ ਏਰੀਆ ਪਹਾੜੀ ਹੋਣ ਕਰਕੇ ਡੇਂਜਰਸ ਚੜ੍ਹਾਈਆਂ ਦੇ ਵਿੱਚ ਸਾਜੋ ਸਮਾਨ ਦੀ ਕਮੀ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸ ਤਰੀਕੇ ਨਾਲ ਸ਼ੁਰੂ ਹੋਈ, ਕਦੋਂ ਤੁਹਾਨੂੰ ਪਤਾ ਲੱਗਾ ਕਿ ਜਿਹੜਾ ਵਾ ਉਹ ਜੰਗ ਲੱਗਣੀ ਸ਼ੁਰੂ ਹੋ ਰਹੀ ਹੈ, ਕਿੱਥੇ ਹੀ ਉਦੋਂ ਤੇ ਕਿਸ ਤਰੀਕੇ ਨਾਲ ਤੁਸੀਂ ਉੱਥੋਂ ਤੱਕ ਪਹੁੰਚੇ ਤੇ ਕਿਸ ਤਰੀਕੇ ਨਾਲ? ਜਿਸ ਵੇਲੇ ਲੜਾਈ ਲੱਗਣੀ ਸ਼ੁਰੂ ਹੋਈ, ਸਾਡੀ ਐਕਚੁਅਲੀ ਪੋਸਟਿੰਗ ਜਿਹੜੀ ਸ਼੍ਰੀਨਗਰ ਦੀ ਆ ਚੁੱਕੀ ਸੀ। ਸ਼੍ਰੀਨਗਰ ਦੇ ਕੋਲ ਅਵੰਤੀਪੁਰਾ ਦੀ ਸਾਡੀ ਪੋਸਟਿੰਗ ਆ ਚੁੱਕੀ ਸੀ। ਅਸੀਂ ਇੱਥੋਂ ਮੂਵ ਹੋ ਕੇ ਇੱਕ ਤਰੀਕ ਨੂੰ ਅਸੀਂ ਪਠਾਨਕੋਟ ਤੋਂ ਮੂਵ ਹੋ ਕੇ ਤੇ ਅਸੀਂ ਮਤਲਬ ਜਿਹੜਾ ਅਸੀਂ 6 ਤਰੀਕ ਨੂੰ ਅਸੀਂ ਉੱਥੇ ਪਹੁੰਚ ਗਏ ਸੀ। 6 ਮਈ ਨੂੰ ਅਸੀਂ ਸ਼੍ਰੀਨਗਰ ਅਵੰਤੀਪੁਰਾ ਦੇ ਵਿੱਚ ਪਲਵਾਮਾ ਏਰੀਆ ਦੇ ਵਿੱਚ ਸਾਡੀ ਪੋਸਟਿੰਗ ਆ ਚੁੱਕੀ ਸੀ। ਉੱਥੇ ਅਸੀਂ ਰੁਕੇ ਹੀ ਹਾਂ ਕੁਛ ਟਾਈਮ ਅਸੀਂ ਰੁਕੇ, ਰਾਤ ਨੂੰ ਰੁਕੇ ਹਾਂ। ਸਵੇਰੇ ਸਾਨੂੰ ਹੁਕਮ ਮਿਲ ਗਿਆ ਸੀ ਤੁਸੀਂ ਮਤਲਬ ਜਿਹੜਾ ਵਾ ਕਾਰਗਿਲ ਦੇ ਵਿੱਚ ਕੁਛ ਘੁਸਪੈਠ ਹੋ ਰਹੀ ਹੈ ਤੇ ਤੁਸੀਂ ਮਤਲਬ ਉੱਥੇ ਜਾਣਾ। ਤੇ ਅਸੀਂ ਉਹ ਸਾਜੋ ਸਮਾਨ ਸਾਡਾ, ਉਹਨਾਂ ਕਿਹਾ ਵੀ ਤੁਸੀਂ ਉਹਨੂੰ ਕੋਈ ਨਹੀਂ ਹੱਥ ਨਹੀਂ ਲਾਉਣਾ, ਤੁਹਾਡਾ ਸਾਜੋ ਸਮਾਨ ਆਪਣੇ ਆਪ ਸੈਟਲਮੈਂਟ ਹੋ ਜਾਏਗਾ। ਇਹ ਸਾਰਾ ਸਮਾਨ ਆਪਣਾ ਭਾਰੀ ਲੋਡ ਉੱਥੇ ਹੀ ਛੱਡ ਕੇ ਸਾਨੂੰ ਉੱਥੋਂ ਸਰਕਾਰੀ ਗੱਡੀਆਂ ਦੇ ਵਿੱਚ ਮੂਵ ਹੋ ਕੇ ਅਸੀਂ ਜਿਹੜਾ ਵਾ ਕਾਰਗਿਲ ਨੂੰ ਅਸੀਂ ਪਹੁੰਚ ਗਏ। ਅਸੀਂ ਦਰਾਸ ਸੈਕਟਰ ਦੇ ਵਿੱਚ 7 ਦੀ ਰਾਤ ਨੂੰ ਅਸੀਂ ਦਰਾਸ ਸੈਕਟਰ ਪਹੁੰਚ ਗਏ। ਦਰਾਸ ਸੈਕਟਰ ਦੇ ਵਿੱਚ ਪਹੁੰਚ ਕੇ ਜਿਸ ਵੇਲੇ ਤੇ ਦਰਾਸ ਸੈਕਟਰ ਦੇ ਵਿੱਚ ਉਸ ਵੇਲੇ ਟੈਂਪਰੇਚਰ ਜਿਹੜਾ ਸੀ ਉਹ ਮਾਈਨਸ ਤਕਰੀਬਨ 25-26 ਚੱਲ ਰਿਹਾ। ਕਾਫੀ ਠੰਡ ਸੀ ਤੇ ਸਾਡੇ ਕੋਲ ਸਾਜੋ ਸਮਾਨ ਜ਼ਿਆਦਾ ਨਹੀਂ ਸੀ ਹੈਗਾ। ਇਸ ਕਰਕੇ ਸਾਨੂੰ ਮਤਲਬ ਜਿਹੜਾ ਸੀ ਉਹ 2-3 ਰਾਤਾਂ ਜਿਹੜੀਆਂ ਠੰਡ ਦੇ ਵਿੱਚ ਉਸ ਤਰ੍ਹਾਂ ਹੀ ਬਤੀਤ ਕਰਨਾ ਪਈਆਂ ਪੂਰੇ ਜਵਾਨਾਂ ਨੂੰ, ਤੇ ਸਾਜੋ ਸਮਾਨ ਘੱਟ ਹੋਣ ਕਰਕੇ ਫਿਰ ਉੱਥੇ ਸਾਨੂੰ ਜਾ ਕੇ ਮਤਲਬ ਜਿਹੜਾ ਸੀ ਫਿਰ ਸਾਜੋ ਸਮਾਨ ਗੌਰਮੈਂਟ ਨੇ ਵੈਸੇ ਪ੍ਰੋਵਾਈਡ ਕੀਤਾ 2 ਦਿਨ ਬਾਅਦ, ਲੇਕਿਨ ਉਹ 2-3 ਦਿਨ ਹਾਲਾਤ ਬੇਹੱਦ ਨਾਜ਼ੁਕ ਰਹੇ ਸਾਡੇ ਵੱਲ। ਕਿੰਨੀ ਕੁ ਉੱਥੇ ਗੋਲੀਬਾਰੀ ਬੰਬਾਰੀ ਹੋਈ ਜਿਹੜਾ ਤੁਹਾਡੇ ਜਿਹੜੇ ਕੰਨਾਂ ਨੂੰ ਕੁਝ ਨੁਕਸਾਨ ਹੋਇਆ? ਜਿਸ ਵੇਲੇ ਅਸੀਂ ਉੱਥੇ 7 ਮਈ ਨੂੰ ਪਹੁੰਚੇ ਹਾਂ ਉਸ ਵੇਲੇ ਬੰਬਾਰਮੈਂਟ ਸ਼ੁਰੂ ਸੀ। ਅਟਲਰੀ ਦੀ ਫਾਇਰਿੰਗ ਜਿਹੜੀ ਸੀ ਬੇਬਹਾ ਦਿਨ ਨੂੰ ਵੀ ਤੇ ਰਾਤ ਨੂੰ ਵੀ ਚੱਲਦੀ ਸੀ, ਲੇਕਿਨ ਇੱਕੋ ਇੱਕ ਰੂਟ ਆ ਜਿਹੜਾ ਕਿ ਕਾਰਗਿਲ ਤੋਂ ਲੈ ਕੇ ਲੇਹ ਨੂੰ ਜੋੜਦਾ, ਉਹਦੇ ਉੱਤੇ ਹੀ ਇਹ ਜਿਹੜੀ ਚੋਟੀ ਪੈਂਦੀ ਆ, ਟਾਈਗਰ ਹਿੱਲ ਚੋਟੀ ਪੈਂਦੀ ਆ, ਉਹਦੇ ਉੱਤੇ ਹੀ ਇਹ ਪੈਂਦੀ। ਇਸ ਕਰਕੇ ਉਸ ਚੋਟੀ ਨੂੰ ਮਤਲਬ ਜਿਹੜਾ ਸੀ ਉਹ ਸਰ ਕਰਨ ਵਾਸਤੇ ਸਾਡੀ ਚੜ੍ਹਦੀ ਕਲਾ ਬਟਾਲੀਅਨ ਨੂੰ ਮਤਲਬ ਜਿਹੜਾ ਇਹ ਟਾਸਕ ਮਿਲਿਆ ਸੀ ਵੀ ਉਸ ਚੋਟੀ ਨੂੰ ਸਰ ਕਰਨਾ ਤੇ ਉਸ ਮੇਨ ਰਸਤੇ ਨੂੰ ਖੋਲ੍ਹਣਾ। ਪਟਿਆਲਾ ਦੇ ਪਿੰਡ ਅਕਾਲਗੜ੍ਹ ਦੇ ਸ਼ਹੀਦ ਗੁਰਮੇਲ ਸਿੰਘ ਨੇ ਵੀ ਕਾਰਗਿਲ ਦੀ ਜੰਗ 'ਚ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਦੇਸ਼ ਦਾ ਮਾਣ ਵਧਾਇਆ ਸੀ। ਸ਼ਹੀਦ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਹੀਦ ਗੁਰਮੇਲ ਸਿੰਘ ਦੀ ਸ਼ਹਾਦਤ ਤੇ ਮਾਣ ਹੈ। ਆ ਗਿਆ ਤੇ 2 ਘੰਟੇ ਮਿਲਿਆ, ਮੈਨੂੰ ਕਹਿੰਦਾ ਮੈਨੂੰ ਮੈਂ ਇੱਥੇ ਘਰੇ ਮਿਲ ਲਓ। ਉਸ ਕੋਠੀ ਸਾਂ ਘਰੇ ਮਿਲ ਲਿਆ ਤੇ ਫਿਰ ਸਾਰਿਆਂ ਨੂੰ ਮੈਨੂੰ ਨਹੀਂ ਕਿਹਾ, ਦੁਆਲੇ ਵਾਲੇ ਗੁਆਂਢੀਆਂ ਨੂੰ ਕਹਿ ਗਿਆ ਵੀ ਮੈਂ ਹੁਣ ਜਿਉਂਦੇ ਨਹੀਂ ਆਉਣਾ। ਸੱਟਾਂ ਲੱਗ ਗਈਆਂ, ਸੱਟਾਂ ਲਾ ਕੇ ਨਾ ਤੇ ਤੁਸੀਂ ਘਰ ਦੱਸ ਦੇ। ਜਦੋਂ ਉਹਨੇ ਇੰਨੀ ਗੱਲ ਦਾ ਨਾਂ ਲਿਆ, ਲੜਾਈ ਲੱਗੀ ਜਦੋਂ ਇੰਨੀ ਗੱਲ ਦਾ ਨਾਂ ਲਿਆ, ਮੈਂ ਤਾਂ ਗੇਟ ਕੋਲ ਗਿਰ ਗਿਆ। ਮੈਂ ਪੁੱਤਰ ਪੂਰਾ ਹੋ ਗਿਆ, ਮੇਰਾ ਪੁੱਤਰ ਪੂਰਾ ਹੋ ਗਿਆ। ਉਹ ਪਰਾਂ ਜਾ ਕੇ ਕਹਿੰਦਾ ਆਹੋ ਹੋਰ ਕਿਸੇ ਨੂੰ ਦੱਸ ਗਿਆ ਪੂਰਾ।
ਅਨੰਦਪੁਰ ਸਾਹਿਬ ਦਾ ਸ਼ਹੀਦ ਗੋਪਾਲ ਸਿੰਘ ਅਜਿਹਾ ਸ਼ਹੀਦ ਹੈ ਜੋ ਬਹੁਤ ਹੀ ਛੋਟੀ ਉਮਰ 'ਚ ਸ਼ਹਾਦਤ ਪ੍ਰਾਪਤ ਕਰ ਗਏ ਸਨ ਤੇ ਸ਼ਹੀਦ ਗੋਪਾਲ ਸਿੰਘ ਨੇ ਕਾਰਗਿਲ ਜੰਗ 'ਚ ਬੜੀ ਹੀ ਬਹਾਦਰੀ ਨਾਲ ਦੁਸ਼ਮਣਾਂ ਨੂੰ ਖਦੇੜਨ 'ਚ ਅਹਿਮ ਰੋਲ ਨਿਭਾਇਆ ਸੀ। ਇਸ ਦੀ ਮੈਂ ਜਾਣਕਾਰੀ ਦਿੱਤੀ ਜਦੋਂ ਵੀ ਫਿਰ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। 11 ਤਰੀਕ ਨੂੰ ਸ਼ਾਮ ਨੂੰ 6 ਵਜੇ ਸਾਨੂੰ ਜਾਣਕਾਰੀ ਮਿਲੀ। ਫਿਰ ਐਸਡੀ ਸਾਡੇ ਘਰ ਆਇਆ। ਹੁਣ ਐਸਡੀ ਨੇ ਸਾਨੂੰ ਦੱਸਿਆ ਨਹੀਂ ਹੈ ਵੀ ਇੱਦਾਂ ਗੱਲ ਹੋ ਗਈ। ਫਿਰ ਸਾਨੂੰ ਬਾਅਦ 'ਚ ਸਾਡੇ ਪਿੰਡ ਦੇ ਸਰਪੰਚ ਨੇ ਲੰਬੜਦਾਰ ਨੇ ਇਹ ਨਹੀਂ ਦੱਸਿਆ ਵੀ ਬਾਬੂ ਇਹ ਗੱਲ ਹੋ ਗਈ ਵੀ ਮੁੰਡਾ ਤੁਹਾਡਾ ਕਾਰਗਿਲ 'ਚ ਸ਼ਹੀਦ ਹੋ ਗਿਆ, ਵੀ ਰੈੱਡ ਬੋਡੀ ਆਉਣੀ ਹੈ, ਦਿੱਲੀ ਹੈ। ਆ ਗਈ ਵੀ ਦੀ ਅਨੰਦਪੁਰ ਦੱਸਿਆ ਸਾਨੂੰ ਹੈ ਨਹੀਂ। ਫਿਰ ਸਵੇਰ ਨੂੰ 6 ਵਜੇ ਆ ਗਏ ਲੈ ਕੇ। ਉਹ ਫਿਰ ਸੰਸਕਾਰ ਹੋਇਆ, ਬੜੇ ਧੂਮ-ਧਾਮ ਨਾਲ ਹੋਇਆ। ਕਈ ਹਜ਼ਾਰਾਂ ਦੇ ਹਿਸਾਬ ਨਾਲ ਦੁਨੀਆ ਸੀ, ਮਿਲਟਰੀ ਬਹੁਤ ਸੀ, 5-7 ਗੱਡੀਆਂ ਮਿਲਟਰੀ ਦੀ ਦੁਨੀਆ ਬਹੁਤ ਸੀ ਇਕੱਠੀ। ਸਾਰੇ 2-4 ਸਕੂਲਾਂ ਦੇ ਬੱਚੇ ਤੇ ਇਕੱਠੇ ਹੋਏ ਵੇ। ਸਕੂਲਾਂ ਦੇ ਬਾਰੇ ਮਿਲਟਰੀ ਬਹੁਤ ਸੀ, ਜਨਤਾ ਬਹੁਤ ਸੀ ਜੀ। ਜਿੰਨ ਵੀ ਹੋਣਾ ਬਹੁਤ ਹਜ਼ਾਰਾਂ ਦੇ ਹਿਸਾਬ ਨਾਲ ਬੰਦਾ ਇਕੱਠਾ ਦਾ ਜੀ ਹੋਇਆ ਵਾ। ਤਾਂ ਸਰਕਾਰ ਸਾਡੇ ਫੌਜ ਨੇ ਸਾਡਾ ਬਹੁਤ ਸਾਥ ਦਿੱਤਾ। ਸਾਨੂੰ ਹੁਣ ਵੀ ਜੇ ਸੀਓ ਸਾਹਿਬ ਆ, ਹੁਣ ਵੀ ਸਾਨੂੰ ਮਹੀਨੇ ਬਾਅਦ ਉਹ 15 ਦਿਨ ਪੁੱਛਦਾ ਜੀ ਤੁਹਾਨੂੰ ਕੋਈ ਤੰਗੀ ਹੈ, ਕੋਈ ਤੁਹਾਨੂੰ ਪਿੰਡ 'ਚ ਕੋਈ ਤੰਗ ਕਰਦਾ, ਕੋਈ ਹੋਰ ਤੰਗ ਕਰਦਾ ਤਾਂ ਮੈਨੂੰ ਦੱਸੋ। ਹੁਣ ਵੀ ਸਾਨੂੰ ਫੌਜ ਸਾਥ ਦੇ ਰਹੀ ਹੈ। ਹੁਣ ਗੱਲ ਕਰਾਂਗੇ ਅਜਿਹੇ ਵੀਰ ਦੀ ਜਿਨ੍ਹਾਂ ਨੇ ਇਸ ਜੰਗ 'ਚ ਆਪਣਾ ਯੋਗਦਾਨ ਦਿੱਤਾ ਸੀ। ਅੱਜ ਵੀ ਕਾਰਗਿਲ ਦਾ ਜ਼ਿਕਰ ਹੁੰਦੇ ਹੀ ਉਹ ਦ੍ਰਿਸ਼ ਉਹਨਾਂ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਜਦੋਂ ਭਾਰਤੀ ਫੌਜ ਨੇ ਦੁਸ਼ਮਣਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਸੀ। ਤੇ ਹੁਣ ਸੁਣਦੇ ਹਾਂ ਕਾਰਗਿਲ ਜੰਗ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਰਿਟਾਇਰ ਸੂਬੇਦਾਰ ਗੁਰਵੇਦ ਸਿੰਘ, ਸਫੀਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ। ਮੈਂ ਆਰਮੀ ਦੇ ਵਿੱਚ 26 ਮਈ 1984 ਨੂੰ ਭਰਤੀ ਹੋਇਆ ਤੇ ਰਾਮਗੜ੍ਹ ਉਸ ਟਾਈਮ ਬਿਹਾਰ ਦੇ ਵਿੱਚ ਪੈਂਦਾ, ਉੱਥੇ ਟ੍ਰੇਨਿੰਗ ਕੀਤੀ। ਟ੍ਰੇਨਿੰਗ ਤੋਂ ਬਾਅਦ ਮੈਂ 8 ਸਿੱਖ ਚੜ੍ਹਦੀ ਕਲਾ ਰੈਜੀਮੈਂਟ ਦੇ ਵਿੱਚ ਪੋਸਟਿੰਗ ਗਿਆ। ਉਸ ਟਾਈਮ ਬਟਾਲੀਅਨ ਮੇਰਠ ਕੈਂਟ ਦੇ ਅੰਦਰ ਸੀ। ਉਹਦੇ ਬਾਅਦ ਮੈਂ ਆਪਣੀ ਸਰਵਿਸ ਸਿੱਕਮ ਦੇ ਵਿੱਚ, ਸਿੱਕਮ ਤੋਂ ਬਾਅਦ ਸ਼ਾਂਬਾ ਤੋਂ ਬਾਅਦ ਮੈਂ ਰਾਮਗੜ੍ਹ ਸੈਂਟਰ ਦੇ ਵਿੱਚ ਨਵੇਂ ਜਵਾਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ 3 ਸਾਲ ਦੀ ਪੋਸਟਿੰਗ ਰਿਹਾ। ਉਹਦੇ ਬਾਅਦ ਮੈਂ ਦੁਬਾਰਾ ਤੰਗਧਾਰ ਜੋ ਜੰਮੂ ਕਸ਼ਮੀਰ ਦੇ ਵਿੱਚ ਪੈਂਦਾ, ਉੱਥੇ ਪੋਸਟਿੰਗ ਗਿਆ। ਉਹਦੇ ਬਾਅਦ ਬਟਾਲੀਅਨ ਦੇ ਨਾਲ ਹੀ ਪਠਾਨਕੋਟ ਆਇਆ। ਪਠਾਨਕੋਟ ਤੋਂ ਬਾਅਦ ਦੁਬਾਰਾ ਬਟਾਲੀਅਨ ਜਿਹੜੀ ਆ ਉਹ ਡਿਸਟ੍ਰਿਕਟ ਪੁਲਵਾਮਾ ਦੇ ਵਿੱਚ ਪੋਸਟਿੰਗ ਹੋਈ। ਉੱਥੇ ਇੱਕ ਦਿਨ ਹੀ ਰੁਕਣ ਤੋਂ ਬਾਅਦ ਮੇਰੀ ਬਟਾਲੀਅਨ ਨੂੰ ਕਾਰਗਿਲ ਆਪਰੇਸ਼ਨ ਵਿਜੇ ਦੇ ਬਾਰੇ ਆਰਡਰ ਮਿਲਿਆ। ਬਟਾਲੀਅਨ ਡਿਸਟ੍ਰਿਕਟ ਕਾਰਗਿਲ ਦੀ ਇੱਕ ਸਬ ਤਹਿਸੀਲ ਆ ਪੰਦਰਾਸ, ਜਿੱਥੇ ਟੈਗਰ ਨਾਂ ਦੀ ਚੋਟੀ ਆ, ਉਸ ਜਗ੍ਹਾ 'ਤੇ ਟੈਗਰ ਨੂੰ ਫਤਿਹ ਕਰਨ ਦਾ ਟਾਸਕ ਮਿਲਿਆ। ਇਹ ਪੂਰੀ ਕਾਰਵਾਈ 14 ਮਈ ਤੋਂ ਲੈ 99 ਤੋਂ ਲੈ ਕੇ 6 ਜੁਲਾਈ 99 ਤੱਕ ਜਾਰੀ ਰਹੀ। 6 ਜੁਲਾਈ ਨੂੰ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਸ ਪਾਰਟੀ ਦੇ ਨਾਲ ਸੀ ਜਿਹਨੇ ਟਾਈਗਰ ਹਿੱਲ ਨੂੰ ਫਤਿਹ ਕਰਨ ਦੇ ਲਈ ਆਪਣਾ ਯੋਗਦਾਨ ਦਿੱਤਾ। ਤਕਰੀਬਨ ਉਹਦੇ ਵਿੱਚ ਉਹਦੇ 3 ਅਫਸਰ ਤੇ 30 ਜਵਾਨ ਕਾਊਂਟਰ ਅਟੈਕ ਦੇ ਵਿੱਚ ਮਾਰੇ ਗਏ। ਆਪ ਸਭ ਨੇ ਕੇਸਰੀ ਫਿਲਮ ਦੇਖੀ ਹੋਏਗੀ ਜਿਹਦੇ ਵਿੱਚ ਸਾਰਾਗੜੀ ਦੀ ਲੜਾਈ ਨੂੰ ਦਿਖਾਇਆ ਗਿਆ। ਉਹ ਵੀ ਇੱਕ ਸਿੱਖ ਰੈਜੀਮੈਂਟ ਦੀ ਬਹੁਤ ਵੱਡੀ ਬਹਾਦਰੀ ਸੀ। ਇਸੇ ਤਰੀਕੇ ਨਾਲ ਹੀ 8 ਸਿੱਖ ਨੇ ਵੀ ਦੁਬਾਰਾ ਆਪਰੇਸ਼ਨ ਵਿਜੇ ਦੇ ਦੌਰਾਨ ਸਾਰਾਗੜੀ ਦੇ ਇਤਿਹਾਸ ਨੂੰ ਦੁਬਾਰਾ ਦੁਹਰਾਇਆ। ਭਾਰਤੀ ਫੌਜ ਦੀ ਵੀਰ ਗਾਥਾ ਅੱਜ ਤੱਕ ਲੜੀਆਂ ਗਈਆਂ ਸਾਰੀਆਂ ਹੀ ਜੰਗਾਂ 'ਚ ਨਵੇਂ ਤੋਂ ਨਵਾਂ ਪੰਨਾ ਉਲੀਕਦੀ ਹੈ। ਇਸੇ ਲੜੀ 'ਚ ਸ਼ਾਮਲ ਹੋਈ 26 ਜੁਲਾਈ ਦੀ ਕਾਰਗਿਲ ਜੰਗ, ਜਿੱਥੇ ਅਸਮਾਨ ਚੁੰਮਦੀਆਂ ਪਹਾੜੀਆਂ 'ਚ ਵੀ ਭਾਰਤੀ ਫੌਜ ਦੇ ਜਵਾਨਾਂ ਨੇ ਦੇਸ਼ ਦਾ ਗੌਰਵ ਤਿਰੰਗਾ ਲਹਿਰਾ ਦਿੱਤਾ। ਸਵੇਰਾ ਪੰਜਾਬ ਦੀ ਸਾਰੀ ਟੀਮ ਉਹਨਾਂ ਜਾਂਬਾਜ਼ਾਂ ਨੂੰ ਸਲਾਮ ਕਰਦੀ ਹੈ ਜਿਨ੍ਹਾਂ ਦੀ ਬਹਾਦਰੀ ਸਦਕਾ ਇਤਿਹਾਸ 'ਚ ਇਹ ਸੁਨਹਿਰੀ ਵਿਜੇ ਦਰਜ ਕੀਤੀ ਗਈ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।